हे भगत जनो, अजामल की कथा सरवण करो। इस कथा के सरवण करन वाले नूं जम नहीं तंग करदा। ਉਹ ਉੱਚੇ ਚਾਲ ਚੱਲਣ ਵਾਲਾ ਬਣਦਾ। ਸੁਣਨ ਵਾਲੇ ਦੇ ਪਾਪ ਝੜਦੇ ਹਨ, ਕਲਿਆਣ ਹੁੰਦੀ ਹੈ, ਮੋਕਸ ਮਿਲਦਾ ਹੈ। ਅਜ਼ਾਮਲ ਇੱਕ ਵੱਡਾ ਪਾਪੀ ਉਸ ਸਮੇਂ ਵਿੱਚ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ? ਉਸਨੇ ਕੀ ਕਸੂਰ ਕੀਤਾ ਸੀ? ਅਜ਼ਾਮਲ ਦੀ ਉਮਰ ਜਦੋਂ 5 ਸਾਲ ਦੀ ਸੀ ਤਾਂ ਉਸਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੇ ਹੀ ਹਾਲਾਤ ਅਜ਼ਾਮਲ ਦੇ ਗੁਰੂ ਦੀ ਸੀ। ਉਸਨੇ ਦੇਖਿਆ ਅਜ਼ਾਮਲ ਦੀ ਜ਼ੁਬਾਨ ਤੇ ਸੁਰਸਤੀ ਵਹਿਟ ਸੀ। ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹ ਕੰਠ ਕਰ ਲੈਂਦਾ। ਉਸ ਦਾ ਗਲਾ ਸੁਰੀਲਾ ਸੀ। ਜਦੋਂ ਉਹ ਵੇਦ ਮੰਤਰ ਪੜ੍ਹਦਾ ਤਾਂ ਇੱਕ ਅਨੋਖਾ ਹੀ ਰੰਗ ਵੱਜ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸਨੇ 10 ਸਾਲਾਂ ਵਿੱਚ 20 ਸਾਲ ਪੜ੍ਹਨ ਦੀ ਵਿੱਦਿਆ ਪੜ੍ਹ ਲਈ। ਉਸ ਦੀ ਵਿਦਵਤਾ ਦੀ ਪ੍ਰਸਿੱਧਤਾ ਹੋ ਗਈ। ਐਸੀ ਪ੍ਰਸਿੱਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇੱਕ ਦਿਨ ਅਜ਼ਾਮਲ ਦੇ ਸਿਆਣੇ ਗੁਰੂ ਨੇ ਆਖਿਆ, ਅਜ਼ਾਮਲ ਅਜੇ ਤੂੰ ਸਿੱਖ ਹੈ? ਅਜ਼ਾਮਲ ਬੋਲਿਆ, ਹਾਂ ਗੁਰਦੇਵ, ਮੈਂ ਸਿੱਖ ਹਾਂ, ਪਰ ਕਿੰਨਾ ਚਿਰ ਸਿੱਖ ਰਹਾਂਗਾ? ਗੁਰੂ ਜੀ ਬੋਲੇ, ਕੋਈ 4 ਸਾਲ ਹੋਰ ਲੱਗਣੇ ਹਨ। ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਣਗੇ। ਅਜ਼ਾਮਲ ਬੋਲਿਆ, ਜੋ ਆਗਿਆ ਗੁਰਦੇਵ। ਉਸਦੇ ਵਿਦਿਆ ਗੁਰੂ ਨੇ ਉਹਦੇ ਵੱਲ ਵੇਖਿਆ, ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜ਼ਾਮਲ ਜਦੋਂ ਮੇਰੇ ਵੱਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ, ਨਗਰੀ ਤੋਂ ਬਾਰ-ਬਾਰ ਆਇਆ ਜਾਇਆ ਕਰ। ਨਗਰੀ ਵਿੱਚ ਕਦੀ ਨਹੀਂ ਵੜਨਾ, ਕਿਉਂਕਿ ਅਜੇ ਤੇਰੇ ਵਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਵੇਗਾ। ਨਾ ਆਗਿਆ ਦਾ ਪਾਲਣ ਕਰੇਗਾ ਤਾਂ ਦੁੱਖ ਉਠਾਏਗਾ। ਸੁਖੀ ਉਹੀ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ, ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ। ਅਜ਼ਾਮਲ ਬੋਲਿਆ, ਹੇ ਗੁਰਦੇਵ, ਭਲਾ ਮੈਂ ਇਹ ਪੁੱਛ ਸਕਦਾ ਹਾਂ ਕਿ ਆਪ ਮੈਨੂੰ ਸ਼ਹਿਰ ਵਿੱਚ ਵੜਨੋਂ ਕਿਉਂ ਰੋਕਦੇ ਹੋ? ਅਜ਼ਾਮਲ ਨੇ ਉੱਤਰ ਦਿੱਤਾ। ਉਸ ਦਾ ਉੱਤਰ ਸੁਣ ਕੇ ਗੁਰੂ ਚੁੱਪ ਕਰ ਰਿਹਾ। ਸਿਰਫ ਇਹੋ ਕਿਹਾ, ਬਸ ਨਗਰੀ ਤੋਂ ਬਾਹਰੋਂ ਬਾਹਰ ਆਇਆ ਕਰੋ, ਐਸਾ ਹੀ ਕਰਮ ਹੈ। ਅਜ਼ਾਮਲ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਹੀ ਬਾਹਰ ਆਉਂਦਾ ਤੇ ਜਾਂਦਾ। ਨਾ ਉਹ ਕਿਸੇ ਨਾਲ ਗੱਲ ਹੀ ਕਰਦਾ ਕਿ ਉਸਦੇ ਗੁਰੂ ਨੇ ਉਸ ਨੂੰ ਸ਼ਹਿਰ ਵੜਨੋਂ ਰੋਕਿਆ ਹੈ। ਇਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿੱਦਿਆ ਪੜ੍ਹਦਾ ਰਿਹਾ। 20 ਸਾਲ ਦੀ ਉਮਰ ਹੋ ਗਈ। ਦਰਸ਼ਨੀ ਜਵਾਨ ਨਿਕਲਿਆ। ਨੇਤਰਾਂ ਵਿੱਚ ਡੋਰੇ ਆਏ। ਵਿੱਦਿਆ ਸੰਪੂਰਨ ਹੋਣ ਵਾਲੀ ਸੀ। ਉਸਦੇ ਪਿੱਛੋਂ ਗੁਰ ਦੀਖਿਆ ਦੇ ਕੇ ਉਸਨੇ ਆਜ਼ਾਦ ਹੋ ਜਾਣਾ ਸੀ। ਪਰ ਇੱਕ ਦਿਨ ਉਸਦੇ ਆਪਣੇ ਮਨ ਨਾਲ ਝੇੜਾ ਹੋ ਪਿਆ। ਉਸਨੇ ਕਿਹਾ, ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿੱਚੋਂ ਦੀ ਜਾਣਾ ਹੀ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ, ਗੁਰੂ ਰੋਕਦਾ ਕਿਉਂ ਹੈ? ਉਸਦੇ ਇੱਕ ਮਨ ਦੀ ਇਹ ਵੀ ਭਾਖਿਆ ਸੀ, ਅਜ਼ਾਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ, ਦੁਖੀ ਹੋਏਗਾ। ਅਜ਼ਾਮਲ ਬੋਲਿਆ, ਦੇਖੀ ਜਾਏਗੀ। ਅਜ਼ਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿੱਦਿਆ ਗੁਰੂ ਕੋਲੋਂ ਉੱਠ ਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਤੇ ਅਣਡਿੱਠੇ ਰਸਤੇ ਸ਼ਹਿਰ ਵਿੱਚੋਂ ਦੀ ਹੋ ਤੁਰਿਆ। ਅਜ਼ਾਮਲ ਦੇ ਗੁਰੂ ਨੇ ਉਸ ਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿੱਚ ਮਾਇਆ ਦਾ ਪਸਾਰਾ ਸੀ। ਤਨ ਤੇ ਰੂਪ ਤੇ ਚਮਤਕਾਰ ਐਸੇ ਸਨ ਜਿਨ੍ਹਾਂ ਵੱਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ। ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸ਼ਵਾ ਨਗਰੀ ਸੀ। ਉਸ ਮਹੱਲੇ ਵਿੱਚ ਵੇਸਵਾਵਾਂ ਬੈਠੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜ਼ਾਮਲ ਨੂੰ ਰੋਕਿਆ ਸੀ। ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਤ ਬਣ ਜਾਏ। ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿੱਚਿਆ ਜਾਏਗਾ, ਐਸਾ ਹੀ ਉਸ ਦਾ ਖਿਆਲ ਸੀ, ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ। ਉਸ ਦਾ ਖਿਆਲ ਰੱਖਣਾ
ਗੁਰੂ ਦਾ ਫਰਜ਼ ਤੇ ਧਰਮ ਹੈ। ਚੇਲੇ ਜਾਂ ਸਿੱਖ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ, ਉਸ ਦੀ ਆਗਿਆ ਦਾ ਪਾਲਣ ਕਰੇ। ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ, ਅਜਾਮਲ ਸ਼ਹਿਰੋਂ ਬਾਹਰ ਜਾਈ। ਬਹੁਤ ਚੰਗਾ ਗੁਰਦੇਵ ਆਖ ਕੇ ਅਜਾਮਲ ਤੁਰ ਪਿਆ। ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵੱਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਉੱਪਰੀ ਤੇ ਅਨੋਖੀ ਲੱਗੀ। ਰੰਗਾ ਰੰਗ ਦੀ ਲੀਲਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਇੱਧਰ ਉੱਧਰ ਫਿਰਦੀਆਂ ਮਰਦਾਂ ਨਾਲ ਗੱਲਾਂ ਕਰਦੀਆਂ ਸਨ। ਉਹਨਾਂ ਦੇ ਰੂਪ ਬਹੁਤ ਸੁੰਦਰ ਸਨ। ਨਰਗਸ ਵਰਗੇ ਨੈਣ ਸਨ। ਉਹਨਾਂ ਦੇ ਅੱਧ ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸਕਦੇ ਸਨ। ਉਹ ਸੋਭਾ ਵਾਲੀਆਂ ਸਨ। ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪੜਨ ਤੇ ਪਾਠ ਕੰਠ ਕਰਨ ਵੱਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਜੋ ਕੁਝ ਦੇਖਿਆ ਸੀ ਉਹੀ ਸਾਹਮਣੇ ਘੁੰਮਣ ਲੱਗਾ। ਰਾਤ ਸੁੱਤਾ, ਨੀਂਦ ਆਈ। ਉਹ ਸੁਪਨੇ ਆਉਂਦੇ ਰਹੇ, ਅੱਖਾਂ ਵਿੱਚ ਨੀਂਦ ਰਹੀ। ਸਵੇਰੇ ਉੱਠਿਆ, ਇਸ਼ਨਾਨ ਕੀਤਾ। ਜਦੋਂ ਗੁਰੂ ਕੋਲ ਪੁੱਜਾ ਤਾਂ ਗੁਰੂ ਨੇ ਉਸਦੀਆਂ ਅੱਖਾਂ ਲਾਲ ਦੇਖੀਆਂ। ਗੁਰੂ ਬੋਲਿਆ, ਅਜਾਮਲ ਰਾਤ ਸੁੱਤਾ ਨਹੀਂ, ਕੀ ਗੱਲ ਹੈ? ਅਜਾਮਲ ਬੋਲਿਆ, ਸੁੱਤਾ ਸਾਂ ਗੁਰਦੇਵ। ਗੁਰੂ ਜੀ ਬੋਲੇ, ਅੱਖਾਂ ਲਾਲ ਕਿਉਂ ਹਨ ਤੇ ਮਨ ਉਚਾਟ? ਅਜਾਮਲ ਬੋਲਿਆ, ਪਤਾ ਨਹੀਂ ਗੁਰਦੇਵ, ਨਗਰੀ ਤੋਂ ਬਾਹਰ ਗਿਆ ਸੀ ਤੇ ਬਾਹਰ ਆਇਆ ਸੀ। ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿੱਛੋਂ ਦੂਸਰੀ ਮਹਾਨ ਭੁੱਲ ਕੀਤੀ ਕਿ ਝੂਠ ਬੋਲ ਦਿੱਤਾ। ਉਸਨੇ ਝੂਠ ਬੋਲਦਿਆਂ ਹੋਇਆ ਕਿਹਾ, ਗੁਰਦੇਵ ਬਾਹਰ ਗਿਆ ਸਾਂ, ਝੂਠ ਬੋਲਿਆ। ਉਸ ਦੀ ਆਤਮਾ ਕੰਬੀ ਪਰ ਝੂਠ ਬੋਲ ਬੈਠਾ। ਉਸ ਦਿਨ ਪੜਨ ਵਿੱਚ ਮਨ ਨਾ ਲੱਗਾ। ਦੋ ਦੋਸ਼ ਹੋ ਗਏ। ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ, ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ। ਉਹ ਪਾਠ ਨੂੰ ਪੜਨ ਨਹੀਂ ਸਨ ਦਿੰਦੇ। ਜਿਵੇਂ ਕਿਵੇਂ ਉਸਨੇ ਸਮਾਂ ਬਤੀਤ ਕੀਤਾ। ਜਦੋਂ ਛੁੱਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸਨਾ ਭਰੀ ਮਹਿਮਾ ਦੇਖਦਾ ਰਿਹਾ। ਦੇਖਦਾ ਘਰ ਚਲਿਆ ਗਿਆ। ਇਸ ਤਰ੍ਹਾਂ 10-12 ਦਿਨ ਬਤੀਤ ਹੋ ਗਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲਾ ਨੇ ਉਸ ਦੇ ਜਵਾਨ ਮਨ ਉੱਤੇ ਅਸਰ ਕਰ ਦਿੱਤਾ। ਜਾਦੂ ਵਰਗਾ ਅਸਰ ਤੇ ਉਸ ਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇੱਕ ਦਿਨ ਇੱਕ ਰੂਪਵਤੀ ਅਜੇ ਚੜ੍ਹਦੀ ਜਵਾਨੀ 16-17 ਸਾਲ ਦੀ ਉਮਰ ਵਾਲੀ ਵੇਸਵਾ ਨੇ ਉਸ ਦੀ ਬਾਂਹ ਫੜ ਲਈ। ਉਸ ਨੂੰ ਜਾਲ ਵਿੱਚ ਫਸਾ ਕੇ ਪਾਪ ਕਰਮ ਵੱਲ ਲਾ ਲਿਆ। ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ। ਭੋਗ ਵਿਲਾਸ ਵਿੱਚ ਰੁੱਝ ਗਿਆ ਤੇ ਘਰ ਗਿਆ। ਘਰ ਹੋਰ ਦਾ ਹੋਰ ਲੱਗਾ। ਉਸ ਨੂੰ ਨੀਂਦ ਨਾ ਆਈ। ਸਵੇਰੇ ਵਿੱਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿੱਚ ਵੇਲੇ ਸਿਰ ਨਾ ਆਪੜ ਸਕਿਆ। ਪਹਿਲਾਂ ਅਜਾਮਲ ਨੇ ਦੋ ਦੋਸ਼ ਕੀਤੇ ਸਨ। ਇੱਕ ਗੁਰੂ ਦੀ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ। ਉਸਨੇ ਦੋ ਪਾਪ ਹੋਰ ਕਰ ਦਿੱਤੇ। ਇੱਕ ਝੂਠ ਖਾਣੀ ਤੇ ਪਰ ਨਾਰੀ ਗਮਨ ਕਰਨਾ। ਕਾਮ ਵਾਸਨਾ ਵੱਲ ਵੱਧ ਗਿਆ। ਵੇਸ਼ਵਾ ਦਾ ਝੂਠਾ ਭੋਜਨ ਉਸਨੇ ਖਾ ਲਿਆ। ਚੌਹਾ ਹੀ ਮਹਾਨ ਦੋਸ਼ਾਂ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਾ। ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇੱਕ ਦਿਨ ਆਪਣੇ ਸਿਸ ਅਜਾਮਲ ਦੇ ਪਿੱਛੇ ਚਲਿਆ ਗਿਆ। ਉਸਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ। ਉਹਦਾ ਚੇਲਾ ਸਿਸ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ, ਅਜਾਮਲ ਜਾਓ, ਤੁਸਾਂ ਜੋ ਪੜ੍ਹਨਾ ਸੀ ਪੜ੍ਹ ਲਿਆ। ਇਹ ਆਖ ਕੇ ਅਜਾਮਲ ਨੂੰ ਤੋਰ ਦਿੱਤਾ ਤੇ ਉਸ ਦੇ ਬਾਪ ਨੂੰ ਸੱਦ ਕੇ ਆਖਿਆ, ਅਜਾਮਲ ਦਾ ਵਿਆਹ ਕਰ ਦਿਓ, ਇਸ ਦਾ ਕੁਆਰਾ ਰਹਿਣਾ ਯੋਗ ਨਹੀਂ। ਅਜਾਮਲ ਦਾ ਬਾਪ ਰਾਜ ਪੰਡਤ ਸੀ। ਰਾਜ ਪੰਡਤ ਹੋਣ ਕਰਕੇ ਉਸ ਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ। ਉਸਨੇ ਝਟਪਟ ਹੀ ਥੋੜੇ ਦਿਨਾਂ ਵਿੱਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ।
ਅਜ਼ਾਮਲ ਦਾ ਵਿਆਹ ਹੋ ਗਿਆ। ਘਰ ਸੁੰਦਰ ਗੁਣਵਤੀ ਤੇ ਜਵਾਨ ਇਸਤਰੀ ਆ ਗਈ, ਪਰ ਅਜ਼ਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾ ਦੇ ਦਰਵਾਜ਼ੇ ਜਾਂਦਾ ਹੀ ਰਿਹਾ। ਹੌਲੀ ਹੌਲੀ ਉਸ ਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ, ਉਹ ਪ੍ਰਗਟ ਹੋ ਹੀ ਗਿਆ। ਉਸ ਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਹ ਉਸ ਕੋਲ ਹੀ ਰਹੇ। 16 ਸ਼ਿੰਗਾਰ ਵੀ ਕੀਤੇ, ਨਾਚ ਤੇ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ, ਪਰ ਅਜ਼ਾਮਲ ਦਾ ਮਨ ਪਾਪੀ ਹੀ ਰਿਹਾ। ਵੇਸਵਾ ਦੀ ਝੂਠ ਤੇ ਸ਼ਰਾਬ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਸਤਵਤੀ ਨਾਰੀ ਯਤਨ ਕਰਕੇ ਹਾਰ ਥੱਕੀ। ਅਜ਼ਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸ ਦੇ ਪਿੱਛੋਂ ਰਾਜੇ ਨੇ ਅਜ਼ਾਮਲ ਨੂੰ ਰਾਜ ਪੰਡਤ ਬਣਾ ਦਿੱਤਾ। ਰਾਜ ਪੰਡਤ ਬਣ ਜਾਣ ਤੇ ਉਸ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਹੀ ਗਈ, ਕਿਸੇ ਗੱਲ ਦੀ ਕਮੀ ਨਾ ਰਹੀ। ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਵੀ ਕਿਵੇਂ। 5 ਦੋਸਤ ਉਸ ਦੇ ਪਿੱਛੇ ਲੱਗ ਗਏ ਸਨ। ਗੁਰੂ ਆਗਿਆ ਦਾ ਭੰਗ ਕਰਨਾ, ਝੂਠ ਬੋਲਣਾ, ਜੂਠ ਖਾਣੀ ਤੇ ਮਦਰਾ ਪੀਣੀ। 5ਵਾਂ ਮਹਾਨ ਦੋਸ਼ ਪਾਪ ਵੇਸਵਾ ਗਮਨ ਸੀ। ਉਸਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿੱਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਲੁਕੀ ਸੀ ਉਹ ਵੀ ਪ੍ਰਗਟ ਹੋ ਗਈ। ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਵਾਂਗ। ਉਸ ਦਾ ਨਵਾਂ ਪਿਆਰ ਇੱਕ ਕਲਾਵੰਤੀ ਵੇਸਵਾ ਨਾਲ ਹੋ ਗਿਆ। ਉਹ ਪਾਪਾਂ ਦੀ ਪੁਤਲੀ ਮਾਇਆ ਰੂਪ ਧਾਰਨ ਕਰ ਬੈਠੀ ਸੀ। ਇੱਕ ਦਿਨ ਅਜ਼ਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ, ਅਜ਼ਾਮਲ, ਤੁਸੀਂ ਰਾਜ ਪੰਡਤ ਹੋ? ਹਾਂ ਮਹਾਰਾਜ, ਅਜ਼ਾਮਲ ਨੇ ਉੱਤਰ ਦਿੱਤਾ। ਤੁਸਾਂ ਵਿਰੁੱਧ ਇੱਕ ਦੋਸ਼ ਲੱਗਾ ਹੈ। ਕੀ ਦੋਸ਼ ਲੱਗਾ? ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ, ਮਦਰਾ ਪੀਂਦੇ ਤੇ ਰੰਗ ਰਲੀਆਂ ਮਾਣਦੇ ਹੋ। ਅਜ਼ਾਮਲ ਬੋਲਿਆ, ਸੱਚ ਹੈ ਮਹਾਰਾਜ, ਇਸ ਵਿੱਚ ਰਤਾ ਝੂਠ ਨਹੀਂ। ਮੈਂ ਕਲਾਵੰਤੀ ਕੋਲ ਜਾਂਦਾ ਹਾਂ, ਉਸ ਨਾਲ ਮੇਰਾ ਪਿਆਰ ਹੈ। ਪਰ ਇਹ ਵੀ ਪਤਾ ਹੈ ਜੇ ਕਿ ਰਾਜ ਪੰਡਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿੱਚ ਬਦਨਾਮੀ ਦਾ ਕਾਰਨ ਬਣੇ ਤੇ ਪ੍ਰਜਾ ਤੇ ਬੁਰਾ ਅਸਰ ਪਵੇ। ਪਤਾ ਹੈ ਮਹਾਰਾਜ। ਰਾਜਾ ਬੋਲਿਆ, ਫਿਰ ਕਿਉਂ ਜਾਂਦੇ ਹੋ? ਕਿ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ? ਅਜ਼ਾਮਲ ਬੋਲਿਆ, ਸੁਣੀ ਹੈ, ਪਰ ਮੈਂ ਮਜਬੂਰ ਹਾਂ। ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ, ਉਸ ਦੇ ਰੂਪ ਨੇ ਮੋਹਿਆ ਹੈ। ਅਜ਼ਾਮਲ ਹੋਰ ਅੱਗੇ ਵਧ ਗਿਆ। ਉਹ ਨਿਰਲੱਜ ਵੀ ਹੋ ਗਿਆ, ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਪਾਪ ਹੈ। ਰਾਜਾ ਸਿਆਣਾ ਸੀ। ਉਸ ਦੀ ਉਮਰ ਅਜ਼ਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸ ਦਾ ਰਾਜ ਪੰਡਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸ ਨੂੰ ਚੰਗੇ ਲੱਗ ਰਹੇ ਹਨ। ਉਸਨੇ ਅਜ਼ਾਮਲ ਨੂੰ ਕਿਹਾ, ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈ ਤਾਂ ਉਸ ਨੂੰ ਘਰ ਲੈ ਆਓ। ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ। ਜਿੰਨਾ ਚਿਰ ਉਹ ਵੇਸਵਾ ਪਹਿਲੇ ਹੈ ਉਹਨਾਂ ਚਿਰ ਵੇਸਵਾ ਹੈ। ਕਰਮ ਕਰਨਾ ਵੀ ਥਾਂ ਦੀ ਜਾਚਨਾ ਕਰਦਾ ਹੈ। ਥਾਂ ਸਿਰ ਹੀ ਕਈ ਚੀਜ਼ਾਂ ਸੋਭਾ ਦਿੰਦੀਆਂ ਹਨ। ਆਪ ਰਾਜ ਪੰਡਤ ਹੋ, ਰਾਜ ਪੰਡਤ ਨੂੰ ਸੋਭਾ ਨਹੀਂ ਦਿੰਦਾ। ਉਹ ਵੇਸਵਾ ਦੇ ਬਾਜ਼ਾਰ ਵਿੱਚ ਜਾਏ। ਅਜ਼ਾਮਲ ਨੇ ਕਲਾਵੰਤੀ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛੰਨ ਪਾਈ। ਕਲਾਵੰਤੀ ਦਾ ਸਾਰਾ ਸਮਾਨ ਉੱਥੇ ਗਿਆ। ਗਰੀਬਾਂ ਤੇ ਅਛੂਤਾਂ ਵਿੱਚ ਜਾ ਵਸੇ। ਰਾਤ ਦਿਨੇ ਭੋਗ ਵਿਲਾਸ ਕਰਕੇ ਖਚਤ ਹੋ ਗਏ ਤੇ 4 ਬੱਚੇ ਹੋ ਗਏ। ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦੀ ਲੋੜ ਸੀ। ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ। ਸਾਰੇ ਉਸ ਨੂੰ ਅਜ਼ਾਮਲ ਪਾਪੀ ਆਖਣ ਲੱਗ ਪਏ। ਅਜ਼ਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ, ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਸ ਦੀ ਕਲਿਆਣ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ ਤਿਉਂ ਹੀ ਧਰਮਰਾਜ ਦੇ ਜਮਦੂਤ ਪਾਸੇ ਹਟ ਗਏ। ਰੌਸ਼ਨੀ ਹੋਈ, ਨਰਸਿੰਘੇ ਸੰਗ ਵਜੇ। ਉਧਰੋਂ ਆਤਮਾ ਦੇ ਸਰੀਰ ਨੂੰ ਛੱਡਿਆ, ਉਧਰੋਂ ਫੁੱਲਾਂ ਦਾ ਬਵਾਨ ਆ ਗਿਆ। ਅਜ਼ਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।